ਸਤਿ ਸ਼੍ਰੀ ਅਕਾਲ, ਮੈਂ ਹਾਂ ਗੀਤਾ ਸਕਸੈਨਾ। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸ਼ਹਿਰ ਲੁਧਿਆਣੇ ਦੇ ਵਿੱਚ ਅਸੀਂ ਹਲਕਾ ਵੈਸਟ ਦੇ ਵਿੱਚ ਤੇ ਮੇਰੇ ਨਾਲ ਨੇ ਬੀਜੇਪੀ ਦੇ ਉਮੀਦਵਾਰ ਬਿਕਰਮਜੀਤ ਸਿੰਘ ਸਿੱਧੂ, ਜੋ ਕਿ ਪੇਸ਼ੇ ਵਜੋਂ ਜੇ ਗੱਲ ਕਰੀਏ ਸਨ 2000 ਤੋਂ ਕ੍ਰਿਮੀਨਲ ਲਾਇਰ ਨੇ। ਸੋ ਇੱਕਦਮ ਰਾਜਨੀਤੀ ਦੇ ਵਿੱਚ ਰੁਖ ਇਹਨਾਂ ਨੇ ਕਿਵੇਂ ਕੀਤਾ, ਕਿਵੇਂ ਇਹਨਾਂ ਦਾ ਰੁਝਾਨ ਬਣਿਆ, ਸਾਰੀਆਂ ਗੱਲਾਂ ਬਾਰੇ ਚਰਚਾ ਕਰਾਂਗੇ। ਸੋ ਕੰਪੀਟੀਸ਼ਨ ਵੀ ਬਹੁਤ ਟਫ ਹੈ ਇਹਨਾਂ ਦੇ ਹਲਕੇ ਦੇ ਵਿੱਚ, ਕਿਉਂਕਿ ਭਾਰਤ ਭੂਸ਼ਣ ਆਸ਼ੂ ਜੀ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਗੁਰਪ੍ਰੀਤ ਗੋਗੀ ਜੀ ਇਹਨਾਂ ਦੇ ਅਗੇਂਸਟ ਨੇ, ਓਪੋਜੀਸ਼ਨ ਪਾਰਟੀ ਦੇ ਨੇ। ਸੋ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਕਹਿ ਸਕਦੇ ਹਾਂ, ਕਿਉਂਕਿ ਜਨਤਾ ਬਦਲਾਅ ਚਾਹੁੰਦੀ ਹੈ ਕਿ ਨਹੀਂ, ਇਹ ਤਾਂ ਖੈਰ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਲੱਗੂਗਾ। ਫਿਲਹਾਲ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਰਿਸਪੈਕਟਡ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਮਾਤਮਾ ਤੁਹਾਡੇ ਜੀਵਨ ਦੇ ਵਿੱਚ ਹਮੇਸ਼ਾ ਹੀ ਤੰਦਰੁਸਤੀ ਤੇ ਖੁਸ਼ਹਾਲੀ ਬਣਾਈ ਰੱਖੇ ਜੀ। ਸਤਿ ਸ਼੍ਰੀ ਅਕਾਲ। ਬਿਕਰਮਜੀਤ ਜੀ, ਜਿਵੇਂ ਕਿ ਤੁਸੀਂ ਪੇਸ਼ੇ ਵਜੋਂ ਐਡਵੋਕੇਟ ਹੋ, ਕ੍ਰਿਮੀਨਲ ਲਾਇਰ ਰਹੇ ਹੋ, ਸੋ ਜ਼ਿੰਦਗੀ ਦੇ ਵਿੱਚ ਹੁਣ ਇੱਕਦਮ ਅਲੱਗ ਫੀਲਡ ਹੋ ਗਿਆ ਇੱਕ ਤਰ੍ਹਾਂ ਨਾਲ ਰਾਜਨੀਤੀ ਤੁਸੀਂ ਸਮਝ ਸਕਦੇ ਹੋ ਕਿਵੇਂ ਦਾ ਫੀਲਡ ਹੈ। ਕ੍ਰਿਮੀਨਲ ਲਾਇਰ ਦੇ ਤੌਰ ਤੇ ਤੁਸੀਂ ਹਾਲੇ ਤੱਕ ਲੋਕਾਂ ਦੇ ਮਸਲੇ ਵੇਖ ਕੇ ਉਹਨਾਂ ਨੂੰ ਸੋਲਵ ਕਰਦੇ ਰਹੇ ਹੋ, ਲੇਕਿਨ ਹੁਣ ਜਦੋਂ ਰਾਜਨੀਤੀ ਦੇ ਵਿੱਚ ਬੰਦਾ ਵਿਚਰਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਆਪਣੇ ਤੁਸੀਂ ਵੇਖਦੇ ਹੋ ਕਿ ਬਾਕੀ ਜਿਹੜੇ ਹੈਗੇ ਨੇ ਪੋਲੀਟੀਸ਼ੀਅਨਸ, ਉਹਨਾਂ ਦੇ ਉੱਤੇ ਵੀ ਦਾਗ ਧੱਬੇ ਲੱਗਦੇ ਰਹੇ ਨੇ ਸਮੇਂ ਤੇ, ਕਿਉਂਕਿ ਜਦੋਂ ਬੰਦਾ ਬੁਲੰਦੀਆਂ ਤੇ ਜਾਂਦਾ ਹੈ ਨਾ ਤਾਂ ਇਸ ਫੀਲਡ ਦੇ ਵਿੱਚ ਅਜਿਹਾ ਹੁੰਦਾ ਹੀ ਅਕਸਰ। ਸੋ ਤੁਹਾਡੀ ਹਜੇ ਜਿਹੜੀ ਛਵੀ ਹੈ ਇੱਕ ਐਡਵੋਕੇਟ ਦੀ ਹੈ, ਲੇਕਿਨ ਜਦੋਂ ਇਸ ਲੈਵਲ 'ਤੇ ਤੁਸੀਂ ਆਓਗੇ ਹੈ ਨਾ ਰਾਜਨੀਤੀ ਦੇ ਵਿੱਚ, ਇੱਕ ਅਗਰ ਤੁਸੀਂ ਜਿੱਤ ਜਾਂਦੇ ਹੋ ਤੇ ਅੱਗੇ ਫੀਲਡ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਉਸ ਚੁਣੌਤੀ ਦੇ ਲਈ ਤੁਸੀਂ ਬਿਲਕੁਲ ਤਿਆਰ ਹੋ? ਦੇਖੋ, ਜੇਕਰ ਤੁਹਾਡੀ ਜ਼ਿੰਦਗੀ ਦਾ ਸਫ਼ਰ ਬਹੁਤ ਸਾਫ਼ ਸੁਥਰਾ ਆ ਤੇ ਤੁਹਾਨੂੰ ਕਿਸੇ ਵੀ ਇਹੋ ਜਿਹੇ ਫੀਲਡ ਵਿੱਚ ਨਹੀਂ ਘਬਰਾਉਣਾ ਚਾਹੀਦਾ। ਰਹੀ ਗੱਲ ਰਾਜਨੀਤੀ ਦੀ, ਰਾਜਨੀਤੀ ਜਿਹੜੇ ਲੋਕ ਕਹਿੰਦੇ ਕਿ ਰਾਜਨੀਤੀ, ਮੈਂ ਉਹਨੂੰ ਕਹਿਣਾ ਕਿ ਤੁਸੀਂ ਇਹਨੂੰ ਸਮਾਜ ਸੇਵਾ ਦਾ ਇੱਕ ਰਸਤੇ ਦੇ ਤੌਰ ਤੇ ਇਹਨੂੰ ਬਿਆਨਤ ਕਰੋ ਤੇ ਬੈਟਰ ਆ। ਬਾਕੀ ਰਹੀ ਗੱਲ ਮਾੜਾ ਫੀਲਡ ਕਿਉਂ ਆ, ਮਾੜਾ ਫੀਲਡ ਲੋਕਾਂ ਦੀ ਧਾਰਨਾ ਇਸ ਕਰਕੇ ਬਣ ਚੁੱਕੀ ਕਿ ਜੋ ਸਾਡੇ ਪੰਜਾਬ ਦੀ ਸਥਿਤੀ ਆ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਹੋਵੇ, ਕਰਪਸ਼ਨ, ਡਰੱਗ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸੋਸ਼ਲ ਇਨਸਿਕਿਉਰਿਟੀ ਔਰ ਡਰੱਗਸ, ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਨਹੀਂ ਹੋਣੀ, ਲੋਕਲ ਇਨਸਿਕਿਉਰਡ ਫੀਲ ਕਰਦੇ ਨੇ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਸਿਸਟਮ ਆ ਉਹ ਨਿਕਲ ਕੇ ਇਹ ਆਇਆ ਵੀ ਲੀਡਰ ਲੋਕ ਜਿਹੜੇ ਨੇ ਉਹ ਸਹੀ ਨਹੀਂ ਹੁੰਦੇ। ਇਹ ਧਾਰਨਾ ਬਣੀ ਹੋਈ ਹੈ ਲੋਕਾਂ 'ਚ। ਪਰ ਮੈਂ ਇੱਕ ਵਿਚਾਰ ਆ ਔਰ ਮੇਰੀ ਇਹ ਸਿਧਾਂਤ ਵੀ ਆ, ਮੇਰਾ ਆਪਣਾ ਪ੍ਰਿੰਸੀਪਲ ਵੀ ਆ ਕਿ ਰਾਜਨੀਤੀ ਦਾ ਜਿਹੜਾ ਰਸਤਾ ਆ ਉਹ ਇੱਕ ਸਮਾਜ ਨੂੰ ਸੁਧਾਰਨ ਵਾਲਾ ਇੱਕ ਰਸਤਾ ਆ ਔਰ ਇਹ ਕੋਈ ਵੱਖਰਾ ਰਸਤਾ ਨਹੀਂ ਗਾ। ਤੁਹਾਡਾ ਹਰੇਕ ਇਨਸਾਨ ਦਾ ਫਰਜ਼ ਬਣਦਾ ਕਿ ਤੁਸੀਂ ਸਮਾਜ ਨੂੰ ਸੁਧਾਰਨ ਵਾਸਤੇ ਜਿੰਨਾ ਕੁ ਆਪਣਾ ਜ਼ਿੰਦਗੀ ਦਾ ਸਮਾਂ ਦੇ ਸਕਦੇ ਦਿਓ। ਔਰ ਮੈਂ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਜਿਵੇਂ ਲੀਡਰ ਲੋਕ ਕਰਦੇ ਨੇ ਕਿ ਉਹਨਾਂ ਦਾ ਧੰਦਾ ਜਿਹੜਾ ਪ੍ਰੋਫੈਸ਼ਨ ਹੈ ਸਿਰਫ ਰਾਜਨੀਤੀ ਹੀ ਬਣ ਜਾਂਦਾ, ਮੇਰੇ ਵਾਲੇ ਫੀਲਡ ਦੇ ਵਿੱਚ ਇਹ ਚੀਜ਼ ਨਹੀਂ। ਮੈਂ ਈਵਨ ਇਲੈਕਸ਼ਨ ਤੋਂ ਬਾਅਦ, ਜਿੱਤਣ ਤੋਂ ਬਾਅਦ ਵੀ ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਵਕਾਲਤ ਦਾ ਆ ਉਹ ਜਾਰੀ ਰੱਖਾਂਗਾ, ਕਿਉਂਕਿ ਮੈਂ ਆਪਣੇ ਬੱਚੇ ਪਾਲਣ ਵਾਸਤੇ, ਆਪਣਾ ਪਰਿਵਾਰ ਪਾਲਣ ਵਾਸਤੇ, ਆਪਣੇ ਜੀਵਨ ਨਿਰਵਾਹ ਵਾਸਤੇ ਮੈਂ ਰਾਜਨੀਤੀ ਨੂੰ ਧੰਦਾ ਬਿਲਕੁਲ ਨਹੀਂ ਬਣ ਦੇਵਾਂਗਾ, ਨਾ ਬਰਦਾਸ਼ਤ ਕਰਾਂਗਾ। ਮੈਂ ਆਪਣਾ ਪ੍ਰੋਫੈਸ਼ਨ ਜਾਰੀ ਰੱਖਾਂਗਾ ਔਰ ਖੇਤੀਬਾੜੀ ਦਾ ਕੰਮ ਹੈ ਉਹਨੂੰ ਵੀ ਅਸੀਂ ਜਾਰੀ ਰੱਖਾਂਗੇ। ਸੋ ਰਹੀ ਗੱਲ ਇਸ ਫੀਲਡ ਵਿੱਚ, ਸਿਰਫ ਮੇਰੀ ਮਨਸ਼ਾ ਇਹੋ ਹੀ ਆ ਕਿ ਸਮਾਜ ਦਾ ਸੁਧਾਰ ਹੋਣਾ ਚਾਹੀਦਾ। ਜਿਵੇਂ ਖਾਸ ਤੌਰ 'ਤੇ ਸਾਡੇ ਲੁਧਿਆਣੇ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਅਧੀਨ ਕਰੋੜਾਂ ਅਰਬਾਂ ਰੁਪਏ ਦੇ ਫੰਡ ਭੇਜੇ, ਪਰ ਇੱਥੋਂ ਦੇ ਮੌਜੂਦਾ ਕਾਂਗਰਸ ਦੇ ਅਧਿਕਾਰੀਆਂ ਨੇ, ਲੀਡਰਾਂ ਨੇ ਉਹਨਾਂ ਨੂੰ ਮਿਸਯੂਜ਼ ਕਰਕੇ ਸ਼ਹਿਰ ਦੇ ਵਿਕਾਸ ਤੇ ਨਹੀਂ ਲਾਏ, ਆਪਣੀਆਂ ਜੇਬਾਂ ਭਰੀਆਂ। ਅਸੀਂ ਇਹੋ ਜਿਹੇ ਕਰਪਟ ਸਿਸਟਮ ਨੂੰ ਬਿਲਕੁਲ ਖਤਮ ਕਰਾਂਗੇ ਔਰ ਜਿਹੜਾ ਪੰਜਾਬ ਦੇ ਵਿੱਚ ਡਰੱਗ ਜਿਹੜਾ ਪੇੜ ਜਿਹੜਾ ਅਕਾਲੀ ਸਰਕਾਰ ਦੌਰਾਨ ਲੱਗਿਆ ਸੀ ਔਰ ਹੁਣ ਉਹ ਜਵਾਨ ਹੋ ਚੁੱਕਿਆ ਕਾਂਗਰਸ ਸਰਕਾਰ ਦੇ ਦੌਰਾਨ, ਉਸ ਡਰੱਗ ਦੇ ਦਰਖਤ ਨੂੰ ਜੜ੍ਹ ਤੋਂ ਬਿਲਕੁਲ ਖਤਮ ਕਰਾਂਗੇ। ਔਰ ਪੰਜਾਬ ਦੇ ਵਿੱਚ ਜਿਹੜੀ ਸੋਸ਼ਲ ਇਨਸਿਕਿਉਰਿਟੀ ਆ, ਲੋਕਾਂ ਦੀ ਸੁਰੱਖਿਆ ਜਿਹੜੀ ਆ ਯਕੀਨੀ ਬਣਾਈ ਜਾਊਗੀ ਤਾਂ ਕਿ ਹਰੇਕ ਵਿਅਕਤੀ ਸਿਕਿਉਰਡ ਫੀਲ ਕਰੇ। ਬਿਕਰਮਜੀਤ ਜੀ, ਤੁਸੀਂ ਜਿਵੇਂ ਕਿਹਾ ਕਿ ਮੋਦੀ ਸਾਹਿਬ ਨੇ ਫੰਡ ਭੇਜਿਆ ਸੀ ਲੇਕਿਨ ਉਸ ਦਾ ਇਸਤੇਮਾਲ ਨਹੀਂ ਹੋ ਪਾਇਆ, ਲੇਕਿਨ ਦੇਖੋ ਹੁਣ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਬੀਜੇਪੀ ਨਾਲ ਰਲ ਗਏ ਨੇ, ਲੇਕਿਨ ਉਹ ਸਮੇਂ 'ਤੇ ਲੋਕਾਂ ਨੂੰ ਕਹਿੰਦੇ ਰਹੇ ਨੇ ਕਿ ਜੋ ਉਹਨਾਂ ਨੂੰ ਜ਼ਰੂਰਤ ਸੀ ਉੱਧਰੋਂ ਨਹੀਂ ਮਿਲਿਆ, ਉਚਿਤ ਫੰਡ ਨਹੀਂ ਮਿਲਿਆ। ਇਸ ਤਰ੍ਹਾਂ ਕੁਛ ਨਹੀਂ।
ਕਰੋੜਾਂ ਅਰਬਾਂ ਰੁਪਏ ਦੇ ਫੰਡ ਮਿਲੇ। ਫਾਰ ਐਗਜ਼ਾਮਪਲ ਸਿਰਫ ਸਾਡੇ ਲੁਧਿਆਣਾ ਸ਼ਹਿਰ ਵਾਸਤੇ ਇੰਨੇ ਫੰਡ ਮਿਲੇ ਕਿ ਜਿਹਦੇ ਵਿੱਚੋਂ ਸਾਡੇ ਇੱਥੋਂ ਦੇ ਮੰਤਰੀ ਸਾਹਿਬ, ਲੋਕ ਕਹਿੰਦੇ ਨੇ, ਲੋਕਾਂ ਕੋਲੋਂ ਸੁਣਿਆ, ਮੀਡੀਆ ਕੋਲੋਂ ਵੀ ਸੁਣਿਆ, ਲੋਕ ਨਹੀਂ, ਕੈਪਟਨ ਅਮਰਿੰਦਰ ਸਿੰਘ ਜੀ ਵੀ ਕਹਿੰਦੇ ਰਹੇ ਨੇ 200 ਕਰੋੜ ਰੁਪਏ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਸੜਕਾਂ ਦੇ ਪੱਚ ਲੱਗੇ, ਜਿਹੜੇ ਕਿ ਮੇਰੇ ਕਿਸੇ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਵੀ ਗੱਲ ਹੋਈ ਕਿ 4-5 ਕਰੋੜ ਤੋਂ ਵੱਧ ਦਾ ਕੰਮ ਨਹੀਂਗਾ। ਸੋ ਕਹਿਣ ਦਾ ਮਤਲਬ ਕਰੀਬ 190-95 ਕਰੋੜ ਦੀ ਕਰਪਸ਼ਨ ਇੱਕੋ ਕੰਮ 'ਚ। ਸੈਂਟਰ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਫੰਡ ਭੇਜੀ ਜਾ ਰਹੇ ਨੇ, ਜੇ ਪਬਲਿਕ ਦੇ ਵਿਕਾਸ ਵਾਸਤੇ ਇੱਥੋਂ ਦੇ ਜਿਹੜੇ ਕਾਂਗਰਸ ਦੇ ਮੰਤਰੀ ਸਾਹਿਬ ਨੇ ਜਾਂ ਕੌਂਸਲਰ ਨੇ ਜਿੱਦਾਂ ਲੋਕਾਂ ਕੋਲੋਂ ਸੁਣਿਆ ਉਹ ਨਹੀਂ ਲਾ ਰਹੇ, ਤੇ ਫਿਰ ਸੈਂਟਰ ਦਾ ਕੀ ਕਸੂਰ? ਕਹਿਣ ਦਾ ਭਾਵ ਫਿਰ ਲੀਗਲ ਪ੍ਰੋਸੈਸ ਰਹਿ ਜਾਂਦਾ ਆ, ਪਰ ਲੋਕ ਵਿਚਾਰੇ ਉਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਨੇ। ਇਸੇ ਤਰ੍ਹਾਂ ਸਾਡਾ ਬੁੱਢੇ ਨਾਲੇ ਵਾਸਤੇ ਅਰਬਾਂ ਰੁਪਏ ਦੇ ਫੰਡ ਸੈਂਟਰ ਨੇ ਭੇਜੇ, ਪਰ ਇੱਥੋਂ ਦੇ ਮੰਤਰੀ ਸਾਹਿਬ ਨੇ, ਇੱਥੋਂ ਦੇ ਸੰਤਰੀ ਸਾਹਿਬ ਨੇ ਨਹੀਂ ਲਾਏ, ਤੇ ਸੈਂਟਰ ਦਾ ਕੀ ਕਸੂਰ? ਅੱਜ ਪ੍ਰਧਾਨ ਮੰਤਰੀ ਪਰ ਸਰ ਜਿਹੜੇ ਤੁਸੀਂ ਮੰਤਰੀ ਸਾਹਿਬ ਦੀ ਗੱਲ ਕਰਦੇ ਹੋ, 4.5 ਸਾਲ ਦੀ ਗੱਲ ਕਰੀਏ ਪਿੱਛੇ, ਤਾਂ ਉਸ ਸਮੇਂ ਸਾਬਕਾ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਰਹੇ ਨੇ ਜੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਇੱਕ ਨੈਸ਼ਨਲਿਜ਼ਮ ਥਿੰਕਿੰਗ ਵਾਲੇ ਪਰਸਨ ਨੇ, ਜਿਹੜੇ ਰਾਸ਼ਟਰਵਾਦ ਸੋਚ ਰੱਖਦੇ ਨੇ। ਉਹ ਤਾਂ ਵਿਚਾਰੇ ਇੱਕ ਸਾਰੇ ਸਿਸਟਮ ਨੂੰ ਦੇਖ ਰਹੇ ਨੇ, ਪਰ ਜੇਕਰ ਕੋਈ ਮੰਤਰੀ ਜਾਂ ਕੋਈ ਕੌਂਸਲਰ ਕਰਪਟ ਆ ਤਾਂ ਉਹ ਤਾਂ ਜਦੋਂ ਚੀਜ਼ਾਂ ਸਾਹਮਣੇ ਆਉਣੀਆਂ ਉਦੋਂ ਹੀ ਪਤਾ ਲੱਗਣਾ। ਇਸੇ ਕਰਕੇ ਹੀ ਉਹਨਾਂ ਨੂੰ ਮੈਂ ਸਮਝਦਾ ਕਿ ਇਹਨਾਂ ਨੇ ਚੀਫ ਮਿਨਿਸਟਰ ਦੇ ਅਹੁਦੇ ਤੋਂ ਪਾਸੇ ਕੀਤਾ। ਜਦੋਂ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਤਾਂ ਉਹਨੇ ਸੋਚਿਆ ਕਿ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਜਿਹੜੇ ਕਰਪਟ ਮੰਤਰੀ ਆ, ਤਾਂ ਉਸ ਨੂੰ ਵੀ ਉਸ ਸਿਸਟਮ ਤੋਂ ਪਾਸੇ ਕੀਤਾ ਗਿਆ ਜੀ। ਅੱਛਾ ਬਿਕਰਮ ਜੀ, ਇੱਕ ਹੋਰ ਸਵਾਲ, ਜਿਵੇਂ ਤੁਸੀਂ ਹਾਲੇ ਤੱਕ ਐਡਵੋਕੇਟ ਹੀ ਰਹੇ ਹੋ, ਸੰਨ 2000 ਤੋਂ ਤੁਸੀਂ ਕ੍ਰਿਮੀਨਲ ਲਾਇਰ ਹਾਲੇ ਤੱਕ ਰਹੇ ਹੋ ਪੇਸ਼ੇ ਵਜੋਂ, ਲੇਕਿਨ ਇੱਕਦਮ ਤੁਹਾਡਾ 1 ਸਾਲ ਹੀ ਹੋਇਆ ਤੁਹਾਨੂੰ ਬੀਜੇਪੀ ਨਾਲ ਜੁੜਿਆ, ਇੱਕਦਮ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਤੁਸੀਂ ਬੀਜੇਪੀ ਹੀ ਜੁਆਇਨ ਕਰਨੀ ਹੈ? ਰਾਜਨੀਤੀ ਵੱਲ ਕਿਵੇਂ ਤੁਸੀਂ ਵਧੇ? ਮੈਂ ਸਮਾਜ ਦੇ ਵਿੱਚ ਜੋ ਸਾਡੇ ਪੋਲੀਟੀਕਲ ਲੀਡਰ ਕਰਪਸ਼ਨ ਤੋਂ ਗ੍ਰਸਤ ਨੇ, ਔਰ ਸਮਾਜ ਦਾ ਜਿਹੜਾ ਪਿਛਲੇ ਮੈਂ 30-35 ਸਾਲਾਂ ਤੋਂ ਦੇਖ ਰਿਹਾ, ਜੋ ਹੁੰਦੇ ਸੀ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਪੜ੍ਹ ਲਿਖ ਕੇ ਵੱਡੇ ਹੋਏ, ਕਿ ਲੁਧਿਆਣਾ ਜਿੱਥੇ ਦਾ ਜਿੱਥੇ ਖੜਾ ਸੀ ਉੱਥੇ ਰਿਹਾ, ਪਰ ਮੰਤਰੀ ਇੱਥੋਂ ਦੇ ਲੀਡਰ ਲੋਕ ਅਮੀਰ ਹੋ ਗਏ। ਕਰਪਸ਼ਨ ਬੇਅੰਤਾਂ ਦੀ, ਡਰੱਗ ਬੇਅੰਤਾਂ ਦੀ, ਸਮਾਜ ਦਾ ਕੋਈ ਸੁਧਾਰ ਨਹੀਂ। ਹਰੇਕ ਵਿਅਕਤੀ ਸੋਸ਼ਲੀ ਇਨਸਿਕਿਉਰ ਫੀਲ ਕਰ ਰਿਹਾ, ਇੱਥੋਂ ਉੱਠ ਕੇ ਬਾਹਰਲੀਆਂ ਸਟੇਟਾਂ 'ਚ ਜਾ ਰਿਹਾ, ਔਰ ਇੱਥੋਂ ਦੀ ਇੰਡਸਟਰੀ ਜਿਹੜੀ ਹੈ ਬਾਹਰਲੀਆਂ ਸਟੇਟਾਂ 'ਚ ਸ਼ਿਫਟ ਹੋ ਰਹੀ ਆ। ਔਰ ਕਾਰਨ ਕੀ? ਕਿ ਪੰਜਾਬ ਡੇ ਬਾਏ ਉੱਜੜਦਾ ਜਾ ਰਿਹਾ। ਮੈਂ ਪੰਜਾਬ ਪ੍ਰਤੀ ਮੈਨੂੰ ਪਿਆਰ ਆ, ਅਥਾਹ ਮੈਨੂੰ ਅਫੈਕਸ਼ਨ ਆ, ਜਿਸ ਕਰਕੇ ਮੈਂ ਸੋਚਿਆ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਵਕਤ ਕੱਢ ਕੇ ਇਸ ਸਮਾਜ ਸੁਧਾਰਨ ਵਾਲੇ ਪਾਸੇ ਲਾਉਣਾ ਚਾਹੀਦਾ ਆ, ਤਾਂ ਕਿ ਅਸੀਂ ਵੀ ਇਸ ਸਮਾਜ ਨੂੰ ਸੁਧਾਰ ਸਕੀਏ। ਕਿਤੇ ਇਹ ਨਾ ਹੋਵੇ ਕਿ ਫਿਊਚਰ ਵਾਲੀਆਂ ਸਾਡੀਆਂ ਜਨਰੇਸ਼ਨਾਂ ਸਾਨੂੰ ਮਾੜਾ ਬੋਲਣ ਕਿ ਜਦੋਂ ਇੱਕ ਸੁਧਾਰਨ ਦਾ ਟਾਈਮ ਸੀ ਤੁਸੀਂ ਉਸ ਸਮਾਜ ਨੂੰ ਸੁਧਾਰ ਨਹੀਂ ਸਕੇ। ਇਹ ਸਾਰੇ ਕਾਰਨਾਂ ਕਰਕੇ ਮੈਂ ਇਸ ਸਮਾਜ ਸੁਧਾਰ ਰਸਤੇ ਤੇ, ਮੈਂ ਰਾਜਨੀਤੀ ਨਹੀਂ ਕਹਾਂਗਾ, ਸਮਾਜ ਸੁਧਾਰਨ ਵਾਲੇ ਰਸਤੇ ਤੇ ਮੈਂ ਆਇਆ, ਔਰ ਮੈਂ ਆਪਣੀ ਜ਼ਿੰਦਗੀ ਦਾ ਦਸਵੰਧ ਕੱਢ ਕੇ ਇਸ ਪਾਸੇ ਲਾਵਾਂਗਾ। ਔਰ ਮੈਂ ਆਪਣਾ ਜਿਹੜਾ ਰਿਹਾ ਪ੍ਰੋਫੈਸ਼ਨ ਦੀ ਗੱਲ, ਉਹ ਮੈਂ ਆਪਣੇ ਜੀਵਨ ਦੇ ਅਖੀਰਲੇ ਦਮ ਤੱਕ ਵੀ ਮੈਂ ਆਪਣਾ ਪ੍ਰੋਫੈਸ਼ਨ ਜਾਰੀ ਰੱਖਣਾ ਹੈ, ਔਰ ਰਹੇਗਾ ਜਾਰੀ। ਤੁਹਾਨੂੰ ਨਹੀਂ ਲੱਗਦਾ ਕਿ ਹਾਲੇ ਬੀਤੇ ਸਮੇਂ ਦੀ ਅਗਰ ਝਾਤ ਮਾਰੀਏ ਤਾਂ ਬੀਜੇਪੀ ਦੀ ਜਿਹੜੀ ਛਵੀ ਹੈ ਪੰਜਾਬ ਦੇ ਵਿੱਚ ਕਾਫੀ ਖਰਾਬ ਹੋ ਚੁੱਕੀ ਸੀ, ਕਿਉਂਕਿ ਲੋਕ ਕਾਫੀ ਵਿਰੋਧ ਤੇ ਵੀ ਉਤਰ ਆਏ ਸੀਗੇ। ਸੋ ਹੁਣ ਕੀ ਸਥਿਤੀ ਹੈ, ਕਿਵੇਂ ਵੇਖਦੇ ਹੋ ਇਸ ਨੂੰ? ਇਹੋ ਜਿਹਾ ਕੁਛ ਨਹੀਂਗਾ। ਇਹ ਕਾਂਗਰਸ ਪਾਰਟੀ ਦੇ ਕੁਝ ਜਿਹੜੇ ਮੁੱਠੀ ਭਰ ਲੋਕ ਨੇ, ਉਹਨਾਂ ਦੇ ਦੁਆਰਾ ਸਾਰਾ ਇਹ ਪੈਦਾ ਕੀਤਾ ਹੋਇਆ ਸਿਸਟਮ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਪ੍ਰਤੀ ਇੰਨਾ ਸੁਹਿਰਦ ਨੇ ਕਿ ਉਹਨਾਂ ਨੇ ਪੰਜਾਬ ਦੀ ਹਰੇਕ ਸਮੱਸਿਆ ਹੱਲ ਕੀਤੀ, ਕਰੋੜਾਂ ਅਰਬਾਂ ਰੁਪਏ ਦੇ ਫੰਡ ਦਿੱਤੇ। ਅੱਜ ਵੀ ਪੰਜਾਬ ਵਾਸਤੇ ਕਈ ਸਹੂਲਤਾਂ ਲੈ ਕੇ 5 ਜਨਵਰੀ ਨੂੰ ਆਏ ਸੀ, ਕਰੀਬ 1.5 ਲੱਖ ਕਰੋੜ ਦਾ ਪੈਕੇਜ। ਉਸ ਦਿਨ ਵੀ ਕਾਂਗਰਸ ਵਾਲਿਆਂ ਨੇ ਪੰਜਾਬ ਦਾ ਭਲਾ ਨਹੀਂ ਹੋਣ ਦਿੱਤਾ, ਉਹਨਾਂ ਦੀ ਫੇਰੀ ਰੋਕ ਕੇ ਉਹਨਾਂ ਨੂੰ ਵਾਪਸ ਜਾਣਾ ਪਿਆ, ਜੋ ਸਾਰਾ ਕੁਝ ਜਿਹੜਾ ਸੀ ਇੰਪਲੀਮੈਂਟੇਸ਼ਨ ਡਿਲੇ ਹੋ ਗਈ। 20 ਫਰਵਰੀ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੁਬਾਰਾ ਫੇਰ ਪੰਜਾਬ ਆਉਣਗੇ, ਇਹਨਾਂ ਸਾਰੀਆਂ ਚੀਜ਼ਾਂ ਦੀ ਅਨਾਉਂਸਮੈਂਟ ਕਰਕੇ ਜਾਣਗੇ, ਜਿਹਦੇ ਵਿੱਚ ਲੁਧਿਆਣੇ ਵਿੱਚ ਹਸਪਤਾਲ, ਯੂਨੀਵਰਸਿਟੀ, ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਹਸਪਤਾਲ, ਆਪਣੇ ਹੋਰਾਂ ਸ਼ਹਿਰਾਂ 'ਚ ਵੀ ਹਸਪਤਾਲ, ਇਹ ਸਾਰੀਆਂ ਕੁਝ ਅਨਾਉਂਸਮੈਂਟ ਹੋਣਗੀਆਂ। ਕਹਿਣ ਦਾ ਮਤਲਬ ਕਿ ਪੰਜਾਬ ਨੂੰ ਪ੍ਰਧਾਨ ਮੰਤਰੀ ਜੀ ਬਹੁਤ ਹੀ ਵਧੀਆ ਢੰਗ ਨਾਲ ਲੈ ਰਹੇ ਨੇ। ਪੰਜਾਬ ਦੇ ਲੋਕਾਂ ਦਾ ਵਿਕਾਸ ਹੋ ਕੇ ਹੀ ਰਹੇਗਾ, ਇਹ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਵੀ ਔਰ ਸਿਧਾਂਤ ਵੀ ਆ। ਜੀ ਵਿਕਰਮਜੀਤ ਜੀ, ਜਦੋਂ ਤੁਸੀਂ ਅਗਰ ਬਣ ਜਾਂਦੇ ਹੋ ਐਮਐਲਏ ਆਉਣ ਵਾਲੇ ਸਮੇਂ ਦੇ ਵਿੱਚ, ਚੋਣ ਨਤੀਜਿਆਂ ਦੇ ਦੌਰਾਨ ਅਗਰ ਤੁਹਾਡੀ ਜਿੱਤ ਹੁੰਦੀ ਹੈ, ਤਾਂ ਤੁਹਾਡਾ ਕਿਹੜਾ ਪਹਿਲਾ ਪੜਾਅ ਰਹੇਗਾ ਇਸ ਦੌਰਾਨ? ਅਗਰ ਤੁਸੀਂ ਐਜ਼ ਅ ਸਮਾਜ ਸੇਵਕ ਤੁਸੀਂ ਵਿਚਰਦੇ ਹੋ ਜਨਤਾ ਦੇ ਵਿੱਚ, ਤਾਂ ਤੁਸੀਂ ਕਿਹੜਾ ਇਹ ਪਹਿਲਾ ਕੰਮ ਭਲਾਈ ਦਾ ਕਰੋਗੇ? ਦੇਖੋ, ਇੱਕ ਤਾਂ ਮੇਰੇ ਦਿਲ ਦਾ ਇੱਕ
ਅਰਮਾਨ ਆ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਨੈਸ਼ਨਲ ਪੱਧਰ ਦੀ ਯੂਨੀਵਰਸਿਟੀ ਹੋਣੀ ਚਾਹੀਦੀ ਆ ਔਰ ਇੱਕ ਏਮਜ਼ ਲੈਵਲ ਦਾ ਹਸਪੀਟਲ ਆਉਣਾ ਚਾਹੀਦਾ, ਜਿਹੜੀ ਚੀਜ਼ ਮੈਂ ਆਪਣੇ ਮੈਨੀਫੈਸਟੋ ਵਿੱਚ ਵੀ ਲਿਖੀ ਆ ਔਰ ਮੈਂ ਆਪਣੀ ਜੀ ਜਾਨ ਲਾ ਦਾਂਗਾ, ਇਹ ਦੋਵੇਂ ਚੀਜ਼ਾਂ ਲੈ ਕੇ ਆਵਾਂਗੇ। ਔਰ ਰਹੀ ਗੱਲ ਵਿਕਾਸ ਦੀ, ਜਿਹੜਾ ਬੁੱਢਾ ਨਾਲਾ ਪਿਛਲੇ 35 ਸਾਲਾਂ ਤੋਂ ਬੁੱਢਾ ਹੀ ਰਹਿ ਗਿਆ, ਅਸੀਂ ਵੀ ਬੁੱਢੇ ਹੋ ਕੇ ਦੇਖਦੇ ਦੇਖਦੇ ਉਹਨੂੰ ਜਵਾਨ ਕਰਾਂਗੇ। ਕਹਿਣ ਦਾ ਭਾਵ ਉਹਨੂੰ ਸਾਫ਼ ਕਰਕੇ ਇਹੋ ਜਿਹਾ ਬਣਾਵਾਂਗੇ ਜਿਹੋ ਜਿਹਾ ਅਹਿਮਦਾਬਾਦ ਦੇ ਨਾਲ ਇੱਕ ਗੰਦਾ ਨਾਲਾ ਮੋਦੀ ਜੀ ਨੇ ਸਾਫ਼ ਕਰਕੇ ਅੱਜ ਉਸ ਪਾਣੀ ਵਿੱਚ ਤੁਸੀਂ ਆਪਣੀ ਸ਼ਕਲ ਦੇਖ ਸਕਦੇ ਹੋ, ਉਹਦੇ ਆਸੇ-ਪਾਸੇ ਗ੍ਰੀਨ ਬੈਲਟ ਦੇਖ ਸਕਦੇ ਹੋ, ਉਹੋ ਜੀ ਅਸੀਂ ਇੱਥੇ ਪ੍ਰਕਿਰਿਆ ਲੈ ਕੇ ਆਵਾਂਗੇ। ਔਰ ਜਿਹੜੇ ਸੜਕਾਂ ਮਲਹਾਰ ਰੋਡ ਦੀਆਂ ਮੰਤਰੀ ਸਾਹਿਬ ਨੇ ਆਪਣੇ ਸੌੜੇ ਵਿਜ਼ਨ ਕਰਕੇ ਇੱਕ 150 ਫੁੱਟ ਦੀ 50 ਫੁੱਟ ਦੀ ਕਰਤੀ, ਉਹਨੂੰ ਫੇਰ ਚੌੜਾ ਕਰਾਂਗੇ ਤਾਂ ਕਿ ਲੋਕਾਂ ਦੀ ਸਹੂਲਤ ਵਾਸਤੇ ਵਧੀਆ ਹੋ ਸਕੇ। ਜਿਹੜੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹ ਅਸੀਂ ਰਿਟਾਇਰਡ ਆਰਮੀ ਅਫਸਰਾਂ ਦੀ ਇੱਕ ਕਮੇਟੀ ਬਣਾ ਕੇ, ਕਿਉਂਕਿ ਆਰਮੀ ਅਫਸਰ ਬਹੁਤ ਇਮਾਨਦਾਰ ਹੁੰਦੇ ਨੇ, ਅਸੀਂ ਕਿਸੇ ਲੀਡਰ ਦੇ ਹੱਥ 'ਚ ਕੰਮ ਰਹਿਣ ਹੀ ਨਹੀਂ ਦੇਣਾ। ਉਹ ਲੁਧਿਆਣੇ ਦੇ ਨਿਵਾਸੀ ਇੱਕ ਰਿਟਾਇਰਡ ਆਰਮੀ ਅਫਸਰ ਜਿਹੜੇ ਨੇ ਜਾਂ ਰਿਟਾਇਰਡ ਪ੍ਰੋਫੈਸਰ ਨੇ, ਰਿਟਾਇਰਡ ਟੀਚਰ ਨੇ, ਉਹਨਾਂ ਦੀ ਇੱਕ ਕਮੇਟੀ ਬਣਾ ਕੇ ਜਿਹਨੂੰ ਕਿਹਾ ਜਾਊਗਾ ਲੁਧਿਆਣਾ ਡਿਵੈਲਪਮੈਂਟ ਕਮੇਟੀ, ਉਹਦੇ ਰਾਹੀਂ ਅਸੀਂ ਨਿਰਪੱਖ ਤੌਰ ਤੇ ਲੁਧਿਆਣੇ ਦਾ ਵਿਕਾਸ ਕਰਾਵਾਂਗੇ। ਨਾ ਕਿ ਜਿਵੇਂ ਸਾਡੇ ਭਾਰਤ ਭੂਸ਼ਣ ਆਸ਼ੂ ਜੀ ਨੇ ਕੀਤਾ, ਸਾਰੇ ਸ਼ਹਿਰ ਦੇ ਵਿੱਚ 200 ਕਰੋੜ ਦੇ ਪਾਚੀ ਲਵਾਤੇ ਔਰ ਸੁਣਨ ਵਿੱਚ ਆਇਆ ਕਾਰਪੋਰੇਸ਼ਨ ਦੇ ਅਧਿਕਾਰੀ ਕਹਿ ਰਹੇ ਵੀ ਉਹ 4-5 ਕਰੋੜ ਤੋਂ ਵੱਧ ਦਾ ਕੰਮ ਨਹੀਂ। ਕਰਪਸ਼ਨ ਬੇਅੰਤਾਂ ਦੀ ਜੀ। ਔਰ ਪਿੱਛੇ ਜੇ ਅਸੀਂ ਇੱਕ ਸਕੈਮ ਦਾ ਅਸੀਂ ਸਾਹਮਣੇ ਲਿਆਂਦਾ ਸੀ ਕਿ ਮੰਡੀਆਂ ਦੇ ਵਿੱਚ ਟੈਂਡਰਾਂ ਦਾ ਹੀ 4-5 ਹਜ਼ਾਰ ਕਰੋੜ ਦਾ ਸਕੈਮ ਸੀ, ਟਰਸਟ ਦਾ ਹਜ਼ਾਰਾਂ ਕਰੋੜ ਦੇ ਸਕੈਮ ਨੇ। ਬਾਲਾ ਸੁਬਰਾਮਨੀਅਮ ਜੀ, ਭਾਰਤ ਭੂਸ਼ਣ ਆਸ਼ੂ ਜੀ, ਸਾਡੀ ਭੈਣ ਮਮਤਾ ਜੀ, ਇਹ ਸਾਰਿਆਂ ਨੇ ਲੁਧਿਆਣਾ ਤਹਿਸ ਨਹਿਸ ਕਰਕੇ ਰੱਖਤਾ। ਸਾਰਿਆਂ ਲੋਕਾਂ ਨੂੰ ਡਰਾਇਆ, ਧਮਕਾਇਆ, ਲੁੱਟਿਆ, ਕੁੱਟਿਆ, ਬਦਤਮੀਜ਼ੀ ਕੀਤੀ, ਕਦੇ ਡੀਓ ਸਾਹਿਬ ਨੂੰ ਬਦਤਮੀਜ਼ੀ, ਕਦੇ ਡੀਐਸਪੀ ਨਾਲ ਬਦਤਮੀਜ਼ੀ ਔਰ ਕਦੇ ਕਿਸੇ ਅਧਿਕਾਰੀ ਨੂੰ ਮਾੜਾ ਕਹਿਣਾ, ਕਦੀ ਪਬਲਿਕ ਨੂੰ ਗਾਲਾਂ ਕੱਢਣੀਆਂ। ਇਹ ਸਾਨੂੰ ਸਮਾਜ ਦੇ ਵਿੱਚ ਸ਼ੋਭਾ ਨਹੀਂ ਦਿੰਦੀਆਂ। ਕਹਿਣ ਦਾ ਭਾਵ ਅਸੀਂ ਸ਼ਾਂਤੀ ਵਾਲਾ, ਡਿਵੈਲਪਮੈਂਟ ਵਾਲਾ, ਵਿਕਾਸ ਵਾਲਾ, ਲੋਕਾਂ ਦੀਆਂ ਸਹੂਲਤਾਂ ਵਾਲਾ, ਬੇਰੁਜ਼ਗਾਰੀ ਦੂਰ ਕਰਨ ਵਾਲਾ, ਡਰੱਗ ਨੂੰ ਖਤਮ ਕਰਨ ਵਾਲਾ ਵਧੀਆ ਪ੍ਰਸ਼ਾਸਨ ਲੈ ਕੇ ਆਵਾਂਗੇ। ਜੀ। ਅੱਛਾ ਬਿਕਰਮ ਜੀ, ਜਿਵੇਂ ਕਿ ਹਰ ਇੱਕ ਨੇਤਾ ਆਪਣੇ ਟਾਈਮ ਦੇ ਵਿੱਚ, ਜਿਵੇਂ ਹੁਣ ਚੋਣ ਦੰਗਲ ਦੇ ਵਿੱਚ ਪੈਰ ਰੱਖਿਆ ਹੀ ਹੈ ਸਾਰਿਆਂ ਨੇ, ਸੋ ਹਰ ਇੱਕ ਨੇਤਾ ਦਾ ਇਹੀ ਵਿਚਾਰ ਹੁੰਦਾ ਹੈ ਕਿ ਵੀ ਸਾਡੀ ਕਾਮਯਾਬੀ ਤੁਹਾਡੀ ਕਾਮਯਾਬੀ ਹੋਊਗੀ। ਸੋ ਹੁਣ ਇੱਕ ਹੋਰ ਵੀ ਹੈ, ਨਵੇਂ ਵਿਕਾਸ ਦੇ ਏਜੰਡੇ ਵੀ ਲੈ ਕੇ ਆ ਰਹੀ ਹੈ ਹਰ ਇੱਕ ਪਾਰਟੀ ਕਹਿੰਦੀ ਹੈ ਕਿ ਸਾਡਾ ਵਿਕਾਸ ਦਾ ਏਜੰਡਾ ਇਹ ਆ, ਸਾਡਾ ਇਹ ਹੈ। ਸੋ ਮੰਨਿਆ ਕਿ ਹਰ ਇੱਕ ਓਪੋਜੀਸ਼ਨ ਵਾਲੀ ਪਾਰਟੀ ਦੇ ਲੋਕ ਕਹਿੰਦੇ ਨੇ ਕਿ ਬਈ ਮੌਜੂਦਾ ਜਿਹੜਾ ਐਮਐਲਏ ਹੈਗਾ, ਸਿਟਿੰਗ ਐਮਐਲਏ, ਉਸਨੇ ਕੰਮ ਨਹੀਂ ਕੀਤਾ, ਲੇਕਿਨ ਕੁਝ ਇੱਕ ਕੰਮ ਤਾਂ ਉਹਨੇ ਚੰਗੇ ਕੀਤੇ ਹੀ ਹੋਣੇ ਨਾ। 10 ਦੇ ਵਿੱਚੋਂ ਕੋਈ 1 ਜਾਂ 2 ਕੰਮ ਤੁਸੀਂ ਗਿਣਾ ਸਕਦੇ ਹੋ? ਹਾਂ, ਕੀਤੇ ਉਹਨਾਂ ਨੇ ਜਿਹੜੇ ਸਮਾਰਟ ਸਿਟੀ ਦੇ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਫੰਡ ਉਹਨਾਂ ਨੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਭੇਜੇ ਸੀ, ਉਹਨਾਂ ਦੇ ਵਿੱਚੋਂ ਉਹਨਾਂ ਨੇ 10-20 ਪੈਸੇ ਲਾ ਕੇ ਤੇ 80 ਪੈਸੇ ਦੀ ਕਰਪਸ਼ਨ ਕਰਕੇ ਉਹਨਾਂ ਕੁ ਕੰਮ ਕੀਤਾ। ਤੇ ਫਿਰ ਉਸ ਘਾਹ ਦੀਆਂ ਪਾਰਕਾਂ ਦੀਆਂ ਫੋਟੋਆਂ ਖਿਚਵਾ ਕੇ ਲੀਫ ਬੈਰੀ ਦੇ ਬੋਰਡ ਲਾਏ, ਇਹ ਕੰਮ ਕੀਤਾ। ਔਰ ਜਿਹੜਾ ਬੈਂਚ ਆ, ਬੈਂਚ ਦੀ ਫੋਟੋ ਖਿੱਚ ਕੇ ਉਹਦੇ ਲਾਈ। ਸੋ ਕਹਿਣ ਦਾ ਮਤਲਬ ਕੀ ਆ ਕਿ ਆਪਾਂ, ਉਹ ਕਹਿੰਦੇ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆਪਾਂ ਝੂਠੇ ਤੌਰ ਤੇ ਮਸ਼ਹੂਰੀ ਕੀਤੀ ਔਰ ਅਸਲੀਅਤ ਵਿੱਚ ਆਪਾਂ ਆਪਣੀਆਂ ਜੇਬਾਂ ਭਰੀਆਂ, ਨਾ ਕਿ ਪਬਲਿਕ ਦਾ। ਮੈਂ ਤਾਂ ਕਹਿੰਦਾ ਜਿੰਨੇ ਕੇਂਦਰ ਨੇ ਫੰਡ ਭੇਜੇ ਸੀ ਉਹਨੇ ਲਾਉਣ ਦੇ ਉਨੀ ਬੜੀ ਸ਼ਾਬਾਸ਼ੀ ਸੀ। ਇਹਨਾਂ ਨੇ ਤਾਂ ਕਮਾਈਆਂ ਕੀਤੀਆਂ। ਸੋ ਕਹਿਣ ਦਾ ਮਤਲਬ ਇਹ ਆ, ਕੀਤਾ ਕੁਛ ਨਹੀਂ, ਇਹਨਾਂ ਨੇ ਤਾਂ ਆਪਣੇ ਆਪ ਨੂੰ ਡਿਵੈਲਪ ਕੀਤਾ, ਵੱਡੇ ਕੀਤਾ। ਸੋ ਜਿਹੜਾ ਕਿ ਸਮਾਜ ਦੇ ਪ੍ਰਥਾ ਦੇ ਅਗੇਂਸਟ ਆ ਔਰ ਅਸੀਂ ਕਰਪਸ਼ਨ ਦੇ ਬਿਲਕੁਲ ਅਗੇਂਸਟ ਆ। ਨਰਿੰਦਰ ਮੋਦੀ ਜੀ ਕਰਪਸ਼ਨ ਦੇ ਬਿਲਕੁਲ ਅਗੇਂਸਟ ਨੇ। ਤੁਸੀਂ ਸੁਣਿਆ ਕਿ 2014 ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਕੇਂਦਰ ਦੇ ਵਿੱਚ, ਇੱਕ ਦਿਨ ਸਕੈਮ ਤੋਂ ਬਿਨਾਂ ਨਹੀਂ ਸੀ ਲੰਘਦਾ। ਤੇ 2014 ਦੀ ਜਦੋਂ ਦੀ ਨਰਿੰਦਰ ਮੋਦੀ ਜੀ ਪਾਵਰ ਵਿੱਚ ਆਏ ਨੇ, ਇੱਕ ਸਕੈਮ ਨਾ ਲੈਣ ਨੂੰ ਦੱਸੋ। ਸੋ ਕਹਿਣ ਦਾ ਮਤਲਬ ਇਹਨਾਂ ਲੋਕਾਂ ਨੇ ਕਰਪਸ਼ਨ ਕੀਤੀ, ਵਿਕਾਸ ਨਹੀਂ ਕੀਤਾ। ਸੋ ਇਹਨਾਂ ਚੀਜ਼ਾਂ ਤੋਂ ਅੱਜ ਸਮਾਜ ਨੂੰ ਨਿਜਾਤ ਲੈਣੀ ਚਾਹੀਦੀ ਆ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਆ, ਉਹੋ ਹੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਤਾਂ ਪੰਜਾਬ ਦਾ ਬਹੁਤ ਪੱਕੀ ਵਿਕਾਸ ਜਿਹੜਾ ਆ ਡਬਲ ਇੰਜਨ, ਡਬਲ ਤਾਕਤ ਦੇ ਨਾਲ ਹੋਏਗਾ। ਜੀ ਤੁਹਾਨੂੰ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈਗਾ ਕਿ ਕੀ ਪ੍ਰਚਾਰ ਦੇ ਵਿੱਚ ਲੱਗ ਰਿਹਾ? ਬਹੁਤ ਪੋਜ਼ਿਟਿਵ। ਸਵੇਰੇ 5 ਵਜੇ ਤੋਂ ਸ਼ੁਰੂ ਹੁੰਦੇ ਆ, ਲੋਕ ਆਪਣੇ ਘਰਾਂ 'ਚ ਬੁਲਾ ਰਹੇ ਨੇ। ਹਾਂ, ਇੱਕ ਲੋਕ ਗੱਲ ਕਹਿੰਦੇ ਆ ਕਿ ਜਾਂ ਦੇਖੋ ਜੀ, ਸਾਨੂੰ ਮੰਤਰੀ ਸਾਹਿਬ ਦੀ ਗੁੰਡਾਗਰਦੀ ਜਿਹੜੀ ਆ ਉਹਦੇ ਤੋਂ ਥੋੜਾ ਜਿਹਾ ਡਰ ਲੱਗਦਾ। ਮੈਂ ਇੱਕੋ ਗੱਲ ਕਹਿਣਾ ਕਿ ਪ੍ਰਮਾਤਮਾ ਨੇ ਤੁਹਾਨੂੰ ਇੱਕ ਆਤਮਾ, ਇੱਕ ਜਾਨ ਦਿੱਤੀ ਆ।
ਕੋਈ ਕੁਛ ਨਹੀਂ ਕਿਸੇ ਦਾ ਵਿਗਾੜ ਸਕਦਾ। ਆਪਣੀ ਸੋਚ ਤੋਂ, ਸਮਝ ਤੋਂ, ਆਪਣੇ ਵਿਜ਼ਨ ਤੋਂ ਨਿਕਲ ਕੇ ਬਾਹਰ ਆਓ। ਵਧੀਆ ਪਾਰਟੀ ਜਿਹੜੀ ਦੇਸ਼ ਦਾ ਭਲਾ ਕਰ ਸਕਦੀ ਆ, ਰਾਸ਼ਟਰਵਾਦ ਦੀ ਸੋਚ ਲੈ ਕੇ ਆ ਸਕਦੀ ਆ, ਜਿਨੇ 370 ਧਾਰਾ ਖਤਮ ਕਰਕੇ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਬਣਾਇਆ, ਔਰ ਜਿਹੜੀ ਪਾਰਟੀ ਨੇ ਸਾਰੇ ਦੇਸ਼ ਦੇ ਵਿੱਚ ਵੱਡੇ ਵੱਡੇ ਰੋਡ ਬਣਾਏ, ਉਸ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਸਫਲ ਬਣਾਓ ਤਾਂ ਕਿ ਪੰਜਾਬ ਦੇ ਵਿੱਚ ਵੀ ਇੱਕ ਵਧੀਆ ਮਾਹੌਲ ਪੈਦਾ ਹੋ ਸਕੇ। ਜੀ ਜੀ ਵਿਕਰਮ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਲਈ। ਸੋ ਬਹੁਤ ਵਧੀਆ ਵਿਚਾਰ ਨੇ ਤੁਹਾਡੇ। ਪ੍ਰਮਾਤਮਾ ਦੇਖੋ ਕੀ ਕਰਦਾ ਹੈ ਅੱਗੇ। ਵੈਸੇ ਨੀਤਾਂ ਨਾਲ ਹੀ ਮੁਰਾਦਾਂ ਨੇ, ਸੋ ਜੇ ਨੀਤਾਂ ਚੰਗੀਆਂ ਹੋਣਗੀਆਂ ਤਾਂ ਸ਼ਾਇਦ ਰੱਬ ਜ਼ਰੂਰ ਫਲ ਲਊਗਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਡੇ ਲਈ ਸਮਾਂ ਕੱਢਣ ਦੇ ਲਈ। ਸੋ ਇਹ ਤਾਂ ਸੀ ਜੀ ਬਿਕਰਮਜੀਤ ਸਿੰਘ ਸਿੱਧੂ ਜੀ, ਹਲਕਾ ਵੈਸਟ ਤੋਂ, ਲੁਧਿਆਣਾ ਸ਼ਹਿਰ ਦੇ ਵਿੱਚ। ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ, ਨਵੀਆਂ ਗੱਲਾਂ ਤੇ ਨਵੇਂ ਵਿਚਾਰਾਂ ਦੇ ਨਾਲ ਫਿਰ ਤੋਂ ਵਾਪਸ ਪਰਤਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ, ਰੱਬ ਰਾਖਾ।